स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਖਾਸ ਪ੍ਰੋਗਰਾਮ ਗੂੰਜਾਂ ਸਿੱਖ ਵਿਰਸੇ ਦੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਰ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੋ ਕਾਰਜ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਦਿੰਦੇ ਹਾਂ। ਉਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੰਥਕ ਹਲਕਿਆਂ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਿਹਾਰ ਸਰਕਾਰ ਵੱਲੋਂ ਇੰਟਰਨੈਸ਼ਨਲ ਸਿੱਖ ਕੌਨਕਲੇਵ ਦਾ ਪ੍ਰਬੰਧ ਕੀਤਾ ਗਿਆ। ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਇਹ ਕੌਨਕਲੇਵ ਜਿਹੜੀ ਹੈ ਪ੍ਰਬੰਧਿਤ ਕੀਤੀ ਗਈ ਹੈ, ਜਿਸ ਦੇ ਵਿੱਚ ਵੱਖ-ਵੱਖ ਸਿੱਖ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਖੁਦ ਹਾਜ਼ਰ ਹੋਏ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਜ਼ਰ ਹੋਏ। ਇਸ ਤੋਂ ਇਲਾਵਾ ਹੋਰ ਸਿੱਖ ਬੁੱਧੀਜੀਵੀ ਸੀ, ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਔਰ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਔਰ ਉਹਨਾਂ ਨੇ ਵੀ ਸਟੇਜ ਤੋਂ ਸੰਬੋਧਨ ਕਰਦੇ ਹੋਇਆ ਜਿੱਥੇ ਬਿਹਾਰ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਹੀ ਇਹ ਕਿਹਾ ਕਿ ਅਜਿਹੇ ਉਪਰਾਲੇ ਹੋਣੇ ਬੜੇ ਜ਼ਰੂਰੀ ਨੇ ਔਰ ਬੜੇ ਹੀ ਗੱਜ-ਵੱਜ ਕੇ 350 ਸਾਲਾ ਪ੍ਰਕਾਸ਼ ਪੁਰਬ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਜਾਏਗਾ। ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕੇਂਦਰ ਸਰਕਾਰ, ਪੰਜਾਬ ਤੇ ਬਿਹਾਰ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਸਮਾਗਮ ਉਲੀਕੇ ਜਾ ਰਹੇ ਨੇ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪ੍ਰੋਗਰਾਮਾਂ ਦੀ ਲੰਬੀ ਚੌੜੀ ਲੜੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਚੱਲਦਿਆਂ ਬਿਹਾਰ ਸਰਕਾਰ ਦੇ ਵੱਲੋਂ 22 ਸਤੰਬਰ ਤੋਂ ਲੈ ਕੇ 24 ਸਤੰਬਰ ਤੱਕ ਇੰਟਰਨੈਸ਼ਨਲ ਸਿੱਖ ਕੌਨਕਲੇਵ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਮੌਕੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਹੋਰ ਕਈ ਵੱਡੀਆਂ ਸ਼ਖਸੀਅਤਾਂ ਨੇ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਸਮਾਗਮ ਦੇ ਵਿੱਚ ਖਾਸ ਤੌਰ ਤੇ ਸ਼ਿਰਕਤ ਕੀਤੀ। ਇੰਟਰਨੈਸ਼ਨਲ ਸਿੱਖ ਕੌਨਕਲੇਵ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਪੰਥ ਨੇ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਹੈ, ਉਸ ਤੋਂ ਵੀ ਵੱਧ ਚੜ ਕੇ ਸਿੱਖ ਪੰਥ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾਵੇਗਾ। नीतीश जी, आज जो हमारे आपके सामने देख रहे हैं, ये सारे दुनिया में से आए सिख हैं। इसके अंदर धार्मिक पर्सनैलिटी भी हैं, सामाजिक भी हैं और पॉलिटिकल लोग भी हैं जो आपस में हम बहुत लड़ते भी हैं, झगड़ते भी हैं। लेकिन इस जगह पर हम सारे उस स्थान को, उस मिट्टी को नतमस्तक होने आए हैं जिस मिट्टी ने हमें गुरु गोविंद सिंह दिए। गुरु गोविंद सिंह ने जो किया अपने जीवन में कि अगर बड़े साहबजादे शहीद हुए मैदान जंग में 17 साल 15 साल, हर एक के मन में होता कि मेरा बच्चा जवान है, उसकी शादी करूं, उसको घोड़े पे बैठाऊं, सेरा बांधूं उसको। लेकिन मैदान जंग में भेजा किसके लिए? मानवता के लिए, धर्मनिरपेक्षता के लिए। छोटे साहबजादों को नीए में चुन दिया। माता जी शहीद हुए, कश्मीरी पंडित कृपाराम अगर डेलीगेशन लेके आए, मुझे याद है 1975 में जब 300 साला गुरु तेग बहादुर का हुआ तो इंदिरा गांधी प्रधानमंत्री ने कहा कि मैं भी उसी वंश में से हूं जिस वंश में से पंडित कृपाराम डेलीगेशन लेके गुरु तेग बहादुर के पास आए थे। और गुरु तेग बहादुर ने दिल्ली में जाके शहादत दी तिलक और जनेऊ के लिए। मैं समझता हूं कि ये मिट्टी महान है जहां से गुरु गोविंद सिंह जन्मे और गुरु गोविंद सिंह ने एक ऐसी कौम तैयार करी जिस कौम ने हमेशा डाउन ट्रॉडन के लिए, मजलूमों के लिए और ज़रूरतमंदों के लिए आवाज़ उठाने में कभी पीठ नहीं दिखाई। और जो बात मेरे से पहले साहब त्रिलोचन सिंह करके गए कि 900 साल हिंदुस्तान गुलाम रहा, तो अगर 900 साल की गुलामी किसी ने पहली दफ़ा काटी, वो गुरु के सिख बाबा बंदा सिंह बहादुर, जिसकी हमने इसी वर्ष 300 साला शहीदी शताब्दी मनाई है। इतिहास की किताबों में पूछा जाता है कि आज़ादी की पहली लड़ाई कौन सी? 1857 गदर कहते हैं, क्योंकि हमने सिर्फ अंग्रेजों के गुलाम अपने आप को माना है। हम हमलावर मुगलों के गुलाम रहे, जिसको गुरु के सिखों ने 1610 में
1710 में जब बाबा बंदा सिंह बहादुर ने छप्पड़ छिड़ी का मैदान जीता तो पहली दफा हिंदुस्तान के लोगों को आज़ादी का स्वाद चखाया, और उस जगह पे बादल साहब ने छप्पड़ छिड़ी के मैदान में जो यादगार बनाई है, मैं समझता हूं कि आपने गुरु गोबिंद सिंह की ये जो इंटरनेशनल कॉन्क्लेव से आज प्रोग्राम शुरू किए हैं, दुनिया भर के लोग, चाहे वो सेंट्रल गवर्नमेंट है, चाहे वो स्टेट गवर्नमेंट है, चाहे वो पंजाब गवर्नमेंट है, हमारी जितनी जथेबंदियां हैं, और आज तखत साहब के जथेदार साहब खुद यहाँ पे विराजमान हैं, सारे तखत साहब मिलके, सारी जथेबंदियां मिलके इस प्रोग्राम को जहाँ मनाएगी नहीं, वो मैसेज दुनिया तक पहुँचाएगी जो गुरु गोबिंद सिंह ने दिया था, मानवता का, मनुष्यता का। और मैं समझता हूँ कि हिंदुस्तान के अंदर अगर आज हम तिरंगा झूलते देखते हैं तो उसमें गुरु गोबिंद सिंह का बहुत बड़ा हाथ है जो इस धरती पे जन्मे थे। इस ਸਮਾਗਮ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਿਹਾਰ ਦੀ ਇਸ ਧਰਤੀ ਦੇ ਉੱਤੇ ਸਿੱਖ ਪੰਥ ਦੇ 3 ਗੁਰੂਆਂ ਨੇ ਚਰਨ ਪਾਏ ਸੀ ਤੇ ਸਮੁੱਚੇ ਸੰਸਾਰ ਦੇ ਵਿੱਚ ਵਸਦੇ ਨਾਨਕ ਨਾਮ ਲੇਵਾ ਦੇ ਲਈ ਇਹ ਸਥਾਨ ਪਵਿੱਤਰ ਤੇ ਇਤਿਹਾਸਿਕ ਹੈ। ये जो कुछ नीतीश कुमार जी यहाँ कर रहे हैं, शायद मैं पंजाब में इतना न कर सकूं। ये इनकी बहुत बड़ी शख्सियत और इनका मनुष्यता से प्यार है, सारे धर्मों से प्यार है, जिसकी वजह से ये समागम हो रहा है। पटना साहब बहुत पवित्र शहर है, क्योंकि यहां श्री गुरु गोबिंद सिंह जी महाराज का प्रकाश हुआ है। और ये नहीं, सिखों का ये जो 5 तख्त हैं उनमें से एक तख्त है। और यहां हमारे 3 गुरु साहिबान की चरणों की शोभा प्राप्त हुई है। श्री गुरु नानक देव महाराज भी यहाँ विराजे, श्री गुरु तेग बहादुर जी भी यहाँ उन्होंने दर्शन दिए, और श्री गुरु गोबिंद सिंह महाराज ने 5 साल आरंभ की जिंदगी जो है, बचपन की जिंदगी है, वो यहाँ गुजारी। ये जो सूबा है बिहार का, ये एक धार्मिक तौर पे हम कहा जाए तो सारे हिंदुस्तान में इसकी बड़ी अहमियत है, क्योंकि भगवान बुद्धा जी, फाउंडर ऑफ बुद्धिज्म, भगवान महावीर जी, फाउंडर ऑफ जैनिज्म, श्री गुरु गोबिंद सिंह जी महाराज, इनका सबका इतिहास इस सूबे से है। और ये भी मैं कहूँगा कि इस स्टेट की सिर्फ धार्मिक अहमियत ही नहीं, बल्कि ये स्टेट एक रेवोल्यूशनरी स्टेट भी है। जयप्रकाश नारायण का जन्म भी यहाँ हुआ। मेरा उनके साथ बड़ा ताल्लुक था। उनकी ज़िंदगी में मैं कई दफ़ा बिहार में आया हूँ, और मैं समझता कि उन्होंने अपनी ज़िंदगी में जो देश की सेवा की है वो देश कभी भुला नहीं सकता। हम 350 साल श्री गुरु गोबिंद सिंह जी महाराज का मुबारक। ਗੁਰਦੁਆਰਾ ਪਟਨਾ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਦੇ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੇ ਲਈ ਧੰਨਵਾਦ ਕੀਤਾ। गुरु गोबिंद सिंह साहब जी महाराज के प्रति हमारे माननीय मुख्यमंत्री बिहार नीतीश कुमार जी के अंदर प्यार है, सम्मान है, समर्पण है, इसका अंदाज़ा आप लगा सकते हैं। हमें याद है डिप्टी सीएम बैठे हुए हैं, साथ में इनके पिताजी तखत श्री हरमंदिर जी से गुजर रहे थे, और अचानक ही उन्होंने कहा भी नहीं, हम गुरु जी को नमस्कार करके जाएंगे। जबकि वहाँ कार्यक्रम का समापन हो चुका था और संयोगवश हम वहीं पर थे। अचानक पहुँच गए
तो हमने पूछा, ऐसे आपका अचानक कहने लगे? आप समझते होंगे कि गुरु गोविंद सिंह जी हमारे हैं। नहीं, सबसे पहले गुरु गोविंद सिंह जी गोविंद राय थे, वो हमारे हैं। इसी तरह से सरदार जी.एस. कंग साहब, जो यहाँ चीफ सेक्रेटरी रह चुके बिहार में, और तखत साहब प्रबंध में भी उन्होंने सेवा निभाई। सो सभी का हम तखत श्री हरमंदिर जी पटना साहब, वहाँ की प्रबंधक कमेटी की ओर से, और पूरे हिंदुस्तान के सिख विद्वान, स्कॉलर, संत महापुरुष यहाँ पहुँचे हुए हैं। संत बाबा महेंद्र सिंह जी यूके वाले, जिनकी बहुत बड़ी कार सेवा चल रही है तखत श्री हरमंदिर जी पटना शहर में। सो सभी का किन शब्दों से सत्कार करें, हम क्या कर सकते? हम तो एक दशमेश पिता के दरबार के मामूली सेवक हैं, कुकर हैं। सबको गुरु का बहुत प्यार, बहुत सम्मान मिला है। ਨੀਤਿਸ਼ ਕੁਮਾਰ ਮੁੱਖ ਮੰਤਰੀ ਬਿਹਾਰ ਨੇ ਇਸ ਕੌਨਕਲੇਵ ਦੇ ਵਿੱਚ ਸੰਬੋਧਨ ਦੌਰਾਨ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਤੇ ਆਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਬਿਹਾਰ ਤੁਹਾਡੀ ਉਡੀਕ ਕਰ ਰਿਹਾ ਹੈ। श्री गुरु गोविंद सिंह जी महाराज का 350वां जन्मदिन प्रकाश उत्सव के रूप में मनाया जाने वाला है। 30 दिसंबर से लेकर 10 जनवरी तक का आयोजन करने की योजना बनी है। श्री गुरु गोविंद सिंह जी महाराज का जन्म 22 दिसंबर 1666 ईस्वी में हुआ था। बिहार में 350वां प्रकाश पर्व भी काफी उल्लास के साथ मनाया गया था आज से 50 वर्ष पूर्व। उस समय तो हम लोग स्टूडेंट थे और उस समय बिहार में भयंकर अकाल पड़ा था, सूखा पड़ा था। जेपी के नेतृत्व में बिहार के अकाल पीड़ितों के लिए रिलीफ कमेटी का गठन किया गया था। उस दौर में 300वां प्रकाश पर्व आयोजित हुआ था, लेकिन पूरे शानदार तरीके से हुआ था, जिसके बारे में हम लोगों को जानकारी है। आज 350वां प्रकाश पर्व मनाया जाएगा और मैं सचमुच अपने को गौरवान्वित महसूस कर रहा हूं कि राज्य सरकार से जो भी संभव है इस प्रकाश उत्सव की तैयारी के लिए, इसकी सफलता के लिए प्रयत्न किया जा रहा है। और मुझे इस बात का गौरव है कि इस अवसर पर मुझे राज्य सरकार का नेतृत्व करने का अवसर मिला है। मैं तो इसे गुरु की कृपा मानता हूं कि अवसर मुझे प्राप्त हुआ, और उसी को ध्यान में रखते हुए ये जो इंटरनेशनल कॉन्क्लेव का आयोजन किया गया, इसमें सिर्फ सिख समाज के ही नहीं, विभिन्न धर्म मजहब के ज्ञानी पुरुष इकट्ठा हुए। महान और चमत्कारी व्यक्तित्व के 350वें प्रकाश पर्व के अवसर पर जो आयोजन होने वाला है, उसके पहले इस अंतर्राष्ट्रीय सिख कॉन्क्लेव का आयोजन किया गया है। और मुझे खुशी है कि अनेक देश से लोग यहाँ पधारे हैं। मैं उनका स्वागत करता हूं और 3-4 दिनों के अंदर आप सब इन विषयों पर चर्चा करेंगे, एक माहौल बनेगा। श्रद्धालु बिहार आए, पटना साहिब आए, इसके लिए लोगों को प्रेरित करेंगे, यही हमारी विनम्र प्रार्थना है। और मैं इतना ही आपको आश्वस्त करूंगा कि एक गरीब राज्य से जो कुछ भी बन पड़ेगा, हम अतिथि सत्कार में पीछे नहीं रहेंगे। मुझे पूरा विश्वास है
कि इस सम्मेलन से देश में प्रेम, भाईचारा, सौहार्द, सद्भाव और सहिष्णुता का संदेश जाएगा। अंत में मैं पुनः आप सबका स्वागत करता हूं और आशा करता हूं कि आपका ये बिहार भ्रमण यादगार रहेगा। इन्हीं शब्दों के साथ आप सबका बारंबार अभिनंदन, स्वागत और बहुत बहुत धन्यवाद। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿੱਚ ਹੁਣ ਕੁੜੀਆਂ ਦਾ ਵੱਖਰੇ ਤੋਂ ਹੋਸਟਲ ਬਣਾਇਆ ਜਾਏਗਾ ਔਰ ਇਸ ਦੇ ਲਈ ਬੀਤੇ ਦਿਨੀ ਨੀਂਹ ਪੱਥਰ ਰੱਖਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਾਰਥ ਕੈਂਪਸ ਤੋਂ ਬਾਅਦ ਹੁਣ ਗੁਰੂ ਗੋਬਿੰਦ ਸਿੰਘ ਕਾਲਜ ਪੀਤਮਪੁਰਾ ਦੇ ਵਿੱਚ ਕੁੜੀਆਂ ਦੇ ਲਈ ਇੱਕ ਹੋਸਟਲ ਤਿਆਰ ਕੀਤਾ ਜਾ ਰਿਹਾ ਹੈ। ਇਸ ਹੋਸਟਲ ਦਾ ਨਾਮ ਸਿੱਖ ਕੌਮ ਦੀ ਮਾਤਾ ਸਾਹਿਬ ਕੌਰ ਦੇ ਨਾਮ ਤੇ ਰੱਖਿਆ ਜਾਵੇਗਾ, ਜਿਸ ਦਾ ਨੀਂਹ ਪੱਥਰ ਬੀਤੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਰੱਖਿਆ ਗਿਆ। ਨੀਂਹ ਪੱਥਰ ਦਾ ਸਮਾਗਮ ਕਾਲਜ ਦੇ ਪਰਿਸਰ ਦੇ ਵਿੱਚ ਕਰਵਾਇਆ ਗਿਆ, ਜਿਸ ਦੇ ਵਿੱਚ ਕਾਲਜ ਦੇ ਪ੍ਰਿੰਸੀਪਲ JB ਸਿੰਘ ਅਤੇ ਧਰਮ ਪ੍ਰਚਾਰਕ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਸਹਿਬਾਨ ਵੀ ਮੌਜੂਦ ਰਹੇ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਹੋਸਟਲ ਬਣਨ ਦੇ ਨਾਲ ਵਿਦਿਆਰਥੀਆਂ ਨੂੰ ਕਾਫੀ ਲਾਹਾ ਮਿਲੇਗਾ। ਇਸ ਤੋਂ ਪਹਿਲਾਂ ਜੋ ਕੁੜੀਆਂ ਦਿੱਲੀ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ ਹੋਸਟਲਸ ਦੀ ਘਾਟ ਹੋਣ ਦੇ ਚੱਲਦਿਆਂ ਐਡਮਿਸ਼ਨ ਲੈਣ ਤੋਂ ਕਤਰਾਉਂਦੀਆਂ ਸਨ, ਉਹਨਾਂ ਕੁੜੀਆਂ ਨੂੰ ਇਸ ਮੁਸ਼ਕਿਲ ਤੋਂ ਨਿਜਾਤ ਮਿਲੇਗੀ। ਦੇਖੋ, ਸਭ ਤੋਂ ਵੱਡੀ ਗੱਲ ਤਾਂ ਮੈਂ ਵਧਾਈ ਦੇਣਾ ਚਾਹੁੰਦਾ ਕਮੇਟੀ ਨੂੰ ਵੀ, ਗੁਰਦੁਆਰਾ ਕਮੇਟੀ ਨੂੰ ਵੀ ਔਰ ਇਸ ਕਮੇਟੀ ਨੂੰ ਵੀ, ਪ੍ਰਿੰਸੀਪਲ ਸਾਹਿਬ ਨੂੰ, ਇਹਨਾਂ ਦੇ ਸਾਰੇ ਸਟਾਫ ਨੂੰ, ਕਿ ਇੱਕ ਐਸਾ ਹੋਸਟਲ ਮਾਤਾ ਸਾਹਿਬ ਕੌਰ ਜੀ ਦੇ ਨਾਂ ਤੇ ਬਣਾਇਆ ਜਾ ਰਿਹਾ ਜਿਹਦੇ 'ਚ ਕੁੜੀਆਂ ਨੂੰ ਹਰ ਕਿਸਮ ਦੀ ਸਹੂਲਤ ਮਿਲੇਗੀ ਔਰ ਇਹਦਾ ਬਹੁਤ ਅਤਿਅੰਤ ਜ਼ਰੂਰੀ ਸੀ ਲੜਕੀਆਂ ਲਈ ਹੋਸਟਲ, ਤੇ ਜਿੱਥੇ ਪਹਿਲਾਂ ਵੀ ਗੁਰੂ ਤੇਗ ਬਹਾਦਰ ਕਾਲਜ ਬਣਾਇਆ ਤੇ ਇੱਥੇ ਵੀ, ਔਰ ਤਾਂ ਕਿ ਬੱਚੀਆਂ ਜਿਹੜੀਆਂ ਬਹੁਤ ਅੱਗੇ ਵਧ ਰਹੀਆਂ ਨੇ ਉਹਨਾਂ ਨੂੰ ਹੋਰ ਹੌਸਲਾ ਮਿਲੇ, ਉਹ ਚੰਗੀ ਪੜ੍ਹਾਈ ਕਰ ਸਕਣ ਔਰ ਉਹਦੇ ਲਈ ਉਹ ਇਸ ਕਾਲਜ ਦਾ ਔਰ ਕੌਮ ਦਾ ਨਾਂ ਰੋਸ਼ਨ ਕਰ ਸਕਣ। ਇਹਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਕਮੇਟੀ ਨੇ ਕੀਤਾ ਔਰ ਜਿਹਤੇ 4 ਕਰੋੜ 85 ਲੱਖ ਰੁਪਇਆ ਖਰਚ ਆਏਗਾ। ਇਹ ਕੋਈ ਛੋਟੀ ਰਕਮ ਨਹੀਂ ਹੈ, ਇਹ ਲੇਕਿਨ ਬੱਚੀਆਂ ਨੇ ਜੋ ਕੀਤਾ ਹੈ ਇਹਦੇ ਲਈ ਬਹੁਤ ਬਹੁਤ ਵਧਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮੌਕੇ ਕਿਹਾ ਕਿ ਇਹ ਹੋਸਟਲ ਜਿੱਥੇ ਬਾਕੀ ਅਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੋਵੇਗਾ, ਉੱਥੇ ਹੀ ਕੁੜੀਆਂ ਦੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੀ ਇਸ ਦੇ ਵਿੱਚ ਪੂਰੇ ਪ੍ਰਬੰਧ ਕੀਤੇ ਜਾਣਗੇ, ਕਿਉਂਕਿ ਅਜੋਕੇ ਸਮੇਂ ਦੇ ਵਿੱਚ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਮਾਤਾ-ਪਿਤਾ ਜ਼ਿਆਦਾ ਚਿੰਤਤ ਹੁੰਦੇ ਨੇ। ਸਾਰੀ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ, ਸਾਰੇ ਸਟਾਫ ਨੂੰ ਔਰ ਖਾਸ ਤੌਰ ਤੇ ਇਸ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਜੀ ਆਨੰਦ ਸਾਹਿਬ ਨੂੰ, ਸਿੱਬਲ ਸਾਹਿਬ ਨੂੰ ਔਰ ਪ੍ਰਿੰਸੀਪਲ ਸਾਹਿਬ ਨੂੰ, ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਔਰ ਵਿਸ਼ੇਸ਼ ਤੌਰ ਤੇ ਬੱਚੀਆਂ ਦੇ ਵਾਸਤੇ ਹੋਸਟਲ ਕੈਂਪਸ ਦੇ ਅੰਦਰ ਬਣਾਇਆ। ਸਾਡੀਆਂ ਬੇਟੀਆਂ ਦੇ ਵਾਸਤੇ ਇਹ ਬਹੁਤ ਜ਼ਰੂਰੀ ਆ। ਅੱਜ ਦੀ ਡੇਟ ਅੰਦਰ ਜਿੱਥੇ ਸਿੱਖਿਆ ਜ਼ਰੂਰੀ ਆ, ਉੱਥੇ ਉਹਨਾਂ ਦੀ ਸਿਕਿਉਰਿਟੀ ਔਰ ਸੇਫਟੀ ਵੀ ਜ਼ਰੂਰੀ ਆ। ਸੋ 5.25 ਕਰੋੜ ਦੀ ਲਾਗਤ ਨਾਲ ਜਿਹੜਾ ਹੋਸਟਲ ਬਣ ਰਿਹਾ ਹੈ, ਜਿੱਥੇ ਇਹ ਅਤ ਆਧੁਨਿਕ ਸੇਵਾਵਾਂ ਦੇਗਾ, ਉੱਥੇ ਦੀ ਸਿਕਿਉਰਿਟੀ ਦੀ ਵੀ ਬਹੁਤ ਵੱਡੀ ਚਿੰਤਾ ਕੀਤੀ ਗਈ ਹੈ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਬੱਚਿਆਂ ਨੂੰ ਜਿਹੜੀ ਤਰੀਜ਼ ਦਿੱਤੀ ਜਾ ਰਹੀ ਹੈ, ਜਿਹੜੀ ਅਹਿਮੀਅਤ ਦਿੱਤੀ ਜਾ ਰਹੀ ਆ, ਪਹਿਲਾਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਅੰਦਰ ਵੀ ਇਸ ਤਰ੍ਹਾਂ ਦਾ ਹੋਸਟਲ ਨੂੰ ਬਣਾਇਆ ਗਿਆ ਔਰ ਹੁਣ ਗੁਰੂ ਗੋਬਿੰਦ ਸਿੰਘ ਕਾਲਜ ਦੇ ਅੰਦਰ ਮਾਤਾ ਸਾਹਿਬ ਕੌਰ ਹੋਸਟਲ ਬਣਾ ਕੇ ਇਹ ਬੱਚਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ। ਮੇਰੇ ਵਾਸਤੇ ਨੂੰ ਵਧਾਈ ਵੀ ਦਿੰਦਾ ਔਰ ਉਮੀਦ ਕਰਦਾ ਹਾਂ ਕਿ ਖਾਲੀ ਦਿੱਲੀ ਯੂਨੀਵਰਸਿਟੀ ਦੇ ਅੰਦਰ ਸਾਡਾ ਹੀ ਨਹੀਂ, ਬਾਕੀ ਕਾਲਜ ਵੀ ਇਸ ਵੱਲ ਜ਼ਰੂਰ ਧਿਆਨ ਦੇਣਗੇ ਕਿ ਬੇਟੀਆਂ ਦੀ ਸੇਫਟੀ ਔਰ ਸੁਰੱਖਿਆ ਸਭ ਤੋਂ ਸਾਡੇ ਲਈ ਅਹਿਮੀਅਤ ਆ ਔਰ ਉਹਨਾਂ ਦਾ ਪੜ੍ਹਨਾ ਲਿਖਣਾ ਵੀ ਉਨਾ ਹੀ ਜ਼ਰੂਰੀ ਆ, ਕਿਉਂਕਿ ਅੱਜ ਦੇਸ਼ ਦੇ ਅੰਦਰ ਸਭ ਤੋਂ ਜ਼ਿਆਦਾ ਅਗਰ ਕੋਈ ਨਾਮ ਰੋਸ਼ਨ ਕਰ ਰਿਹਾ ਤਾਂ ਸਾਡੀਆਂ ਬੱਚੀਆਂ ਨੇ। ਮਾਤਾ ਸਾਹਿਬ ਕੌਰ ਦੇ ਨਾਂ ਤੇ ਹੋਸਟਲ ਬਣਾਇਆ ਜਾ ਰਿਹਾ। ਖਾਲਸੇ ਦੀ ਮਾਤਾ ਦੇ ਨਾਂ ਦੇ ਉੱਤੇ ਇੱਕ ਹੋਰ ਬੜਾ ਸ਼ਲਾਘਾਯੋਗ ਕਦਮ ਹੈ ਔਰ ਇੱਥੇ ਆਪਣੀਆਂ ਬੱਚੀਆਂ ਤੇ ਆਣਗੇ ਦੂਜੇ ਧਰਮਾਂ ਦੇ ਬੱਚੀਆਂ ਆਣਗੀਆਂ ਔਰ ਉੱਥੇ ਸਿੱਖਿਆ ਲੈਣਗੇ ਵੀ ਕਿੱਦਾਂ ਸਿੱਖ ਧਰਮ ਹਿਊਮੈਨਿਟੀ ਵਾਸਤੇ ਕੰਮ ਕਰਦਾ, ਲੋਕਾਂ ਦੀ ਸੇਵਾ ਕਰਦਾ, ਸੰਗਤ ਦੀ ਸੇਵਾ ਕਰਦਾ। ਸੋ ਮੈਨੂੰ ਲੱਗਦਾ ਕਿ ਜਿਹੜਾ ਉੱਦਮ ਕੀਤਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੇ, ਰਾਜ ਸੁਖਦੇਵ ਸਿੰਘ ਢੀਂਡਸਾ, ਮਨਜਿੰਦਰ ਸਿੰਘ ਸਿਰਸਾ ਜੀ, ਸਰਦਾਰ ਸਤਪਾਲ ਸਿੰਘ ਜੀ, ਸਰਦਾਰ MPS ਚੱਡਾ ਜੀ ਔਰ ਇਸ ਕਾਲਜ ਦੇ ਚੇਅਰਮੈਨ ਸਰਦਾਰ ਭੁਪਿੰਦਰ ਸਿੰਘ ਆਨੰਦ ਜੀ, ਜਿਸ ਤਰੀਕੇ ਨਾਲ ਮਿਲ ਕੇ ਟੀਮ ਸੇਵਾ ਕਰ ਰਹੀ ਹੈ, ਮੈਂ ਸਭ ਨੂੰ ਵਧਾਈ ਦਿੰਦਾ ਔਰ ਖਾਸ ਕਰਕੇ ਦਿੱਲੀ ਸੰਗਤ ਨੂੰ ਵਧਾਈ ਦਿੰਦਾ ਕਿ ਇਹ ਪਹਿਲੀ ਵਾਰ ਬੀਬੀ ਦੇ ਨਾਮ ਦੇ ਉੱਤੇ, ਮਾਤਾ ਜੀ ਦੇ ਨਾਮ ਦੇ ਉੱਤੇ ਇਹ ਹੋਸਟਲ ਬਣਨ ਜਾ ਰਿਹਾ ਔਰ ਉਹ ਮਾਤਾ ਜੀ ਦਾ ਜਿਹੜਾ ਪੂਰੇ ਖਾਲਸੇ ਦੀ ਮਾਤਾ ਹੈ। ਸੋ ਇੱਕ ਵਾਰ ਫਿਰ ਪੂਰੀ ਸਕੂਲ ਕਾਲਜ ਦੀ ਪੂਰੀ ਇੰਟਾਇਰ ਟੀਮ ਨੂੰ, ਟੀਚਰਸ ਨੂੰ, ਪ੍ਰੋਫੈਸਰ ਸਾਹਿਬ ਨੂੰ ਔਰ ਜਿਹੜੇ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸਾਰੀ ਗੁਰਦੁਆਰਾ ਕਮੇਟੀ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ। ਕਾਲਜ ਦੇ ਪ੍ਰਿੰਸੀਪਲ JB ਸਿੰਘ ਨੇ ਦੱਸਿਆ ਕਿ 26,000 ਸਕੁਅਰ ਫੀਟ ਦੇ ਵਿੱਚ ਇਹ ਹੋਸਟਲ ਤਿਆਰ ਹੋਵੇਗਾ, ਜਿਸ ਦੀਆਂ 6 ਮੰਜ਼ਿਲਾਂ ਹੋਣਗੀਆਂ ਤੇ ਇਸ ਹੋਸਟਲ ਦੇ ਵਿੱਚ ਕੁੱਲ
46 ਕਮਰੇ ਹੋਣਗੇ ਜੋ ਪੂਰੀ ਤਰ੍ਹਾਂ ਅਤ ਆਧੁਨਿਕ ਤਕਨੀਕਾਂ ਦੇ ਨਾਲ ਲੈਸ ਹੋਵੇਗਾ। ਸੋ ਇਸੀ ਸਾਡੀ ਖਾਸ ਪੇਸ਼ਕਸ਼ ਗੁੰਜਾ ਸਿੱਖ ਵਿਰਸੇ ਦੀਆਂ। ਇਸ ਪ੍ਰੋਗਰਾਮ ਸੰਬੰਧੀ ਜਾਂ ਫਿਰ ਕਮੇਟੀ ਨੂੰ ਕੋਈ ਰਾਏ ਜੋ ਕੋਈ ਮਸ਼ਵਰਾ ਦੇਣਾ ਚਾਹੁੰਦੇ ਤਾਂ ਈਮੇਲ ਕਰ ਸਕਦੇ ਹੋ। ਸਾਡੇ ਈਮੇਲ ਆਈਡੀ ਹੈ feedback@ptcnetwork.tv। ਅਗਲੇ ਹਫਤੇ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੁੰਜਾ ਸਿੱਖ ਵਿਰਸੇ ਦੀਆਂ ਲੈ ਕੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।